अस्सलामुअलैकुम या साहिबुल असरी ज़ुबान बफ़ज़ान मुरशद अब्द हैदर मर्द अफजल ਹੁੰਦੇ ਨੇ ਜਾਂ ਔਰਤ ਠੀਕ ਹੈ ਇਹ ਬੜੇ ਦੇਰ ਦੀ ਬਹਿਸ ਹੈਗੀ ਹੈ ਤੇ ਮੈਂ ਕਿਹਾ ਚਲੋ ਇਹਦੀ ਤੇ ਵੀਡੀਓ ਬਣਾ ਹੀ ਲਈਏ ਤੇ ਇਹਦੇ ਵਿੱਚ ਵੀ ਇੱਕ ਆਮ ਗੱਲ ਹੈ ਤੇ ਇੱਕ ਥੋੜੀ ਜਿਹੀ ਖਾਸ ਗੱਲ ਹੈ ਥੋੜੀ ਜਿਹੀ ਖਾਸ ਗੱਲ ਜਿਹੜੀ ਮੈਨੂੰ ਪਤਾ ਲੱਗੀ ਹੈ ਗੱਲ ਤੇ ਇਸ ਤੋਂ ਵੀ ਅੱਗੇ ਹੋਏਗੀ ਲੇਕਿਨ ਜਿਹੜੀ ਆਮ ਹੈ ਪਹਿਲੇ ਮੈਂ ਉਹ ਡਿਸਕਸ ਕਰਾਂਗਾ ਅੱਲਾਹ ਪਾਕ ਕੁਰਾਨ ਪਾਕ ਦੇ ਵਿੱਚ ਫਰਮਾਂਦਾ ਹੈ ਕਿ ਅੱਲਾਹ ਨੇ ਮਰਦਾਂ ਨੂੰ ਔਰਤਾਂ ਦੇ ਉੱਤੇ ਹਾਕਮ ਬਣਾਇਆ ਸੂਰਤ ਨਿਸਾ ਆਇਤ ਨੰਬਰ 34 ਦੇ ਵਿੱਚ ਲੇਕਿਨ ਔਰਤਾਂ ਨੂੰ ਇਹ ਗੱਲ ਨਾਗਵਾਰ ਗੁਜ਼ਰਦੀ ਕਿ ਲਓ ਜੀ ਇਹ ਸਾਰੇ ਕੋਈ ਔਰਤਾਂ ਦੇ ਉੱਤੇ ਹੀ ਗੱਲ ਕੀਤੀ ਜਾਂਦੀ ਨੇ ਕਿ ਮਰਦ ਹਾਕਮ ਚਲੋ ਜਿਹੜੀ ਆਮ ਗੱਲ ਹੈ ਪਹਿਲੇ ਉਹਨੂੰ ਲੈ ਲੈਂਦੇ ਮਰਦ ਜਿਹੜਾ ਹਾਕਮ ਹੈ ਆਪਣੀ ਬੀਵੀ ਦੇ ਉੱਤੇ ਹੈ ਜਾਂ ਆਪਣੀ ਬੇਟੀ ਦੇ ਉੱਤੇ ਹਾਕਮ ਹੈ ਛੋਟੀ ਭੈਣ ਦੇ ਉੱਤੇ ਹਾਕਮ ਹੈ ਅਗਰ ਉਸ ਤੋਂ ਵੱਡਾ ਭਰਾ ਨਾ ਹੋਵੇ ਜਾਂ ਬਾਪ ਵੀ ਨਾ ਹੋਵੇ ਤੇ ਫੇਰ ਛੋਟੀ ਭੈਣ ਤੇ ਹਾਕਮ ਹੈ ਵਰਨਾ ਬਾਪ ਹੀ ਹਾਕਮ ਹੈ ਆਪਣੀ ਬੇਟੀ ਤੇ ਮਰਦ ਜਿਹੜਾ ਹੈ ਸ਼ੋਹਰ ਜਿਹੜਾ ਹੈ ਉਹ ਆਪਣੀ ਬੀਵੀ ਤੇ ਹਾਕਮ ਹੈ ਉਹ ਲੋਕਾਂ ਦੀ ਬੀਵੀਆਂ ਤੇ ਹਾਕਮ ਨਹੀਂ ਨਾ ਲੋਕਾਂ ਦੀਆਂ ਬੇਟੀਆਂ ਤੇ ਹਾਕਮ ਹੈ ਨਾ ਲੋਕਾਂ ਦੀਆਂ ਔਰਤਾਂ ਤੇ ਹਾਕਮ ਹੈ ਸਭ ਪਹਿਲੇ ਇਹ ਚੀਜ਼ ਕਲੀਅਰ ਕਰੋ ਕਿ ਜਦੋਂ ਗੱਲ ਕੀਤੀ ਜਾਂਦੀ ਨਾ ਮਰਦ ਔਰਤਾਂ ਦੇ ਉੱਤੇ ਹਾਕਮ ਹੈ ਤੇ ਉਹ ਬੰਦੇ ਸਮਝ ਲੈਂਦੇ ਨੇ ਕਿ ਅਸੀਂ ਸਾਰੀਆਂ ਔਰਤਾਂ ਦੇ ਉੱਤੇ ਹਾਕਮ ਹੋ ਗਏ ਅਸੀਂ ਸਾਡੀ ਤੇ ਬੜੀ ਗੱਲ ਹੋ ਗਈ ਹੈ ਨਹੀਂ ਐਸੀ ਗੱਲ ਕੋਈ ਨਹੀਂ ਹੈਗੀ ਉਹ ਸਿਰਫ ਆਪਣੀ ਜਿਹੜੀ ਧੀ ਦੇ ਉੱਤੇ ਤੇ ਆਪਣੀ ਬੀਵੀ ਦੇ ਉੱਤੇ ਹਾਕਮ ਹੈ ਬਾਹਰ ਕਿਸੇ ਤੇ ਹਾਕਮ ਨਹੀਂ ਜੁੱਤੀਆਂ ਖਾਏਗਾ ਅੱਛਾ ਔਰਤਾਂ ਵੀ ਸਿਰਫ ਉਸ ਮਰਦ ਦੀਆਂ ਮਹਿਕੂਮ ਨੇ ਉਹਦੇ ਅੰਡਰ ਦੇ ਵਿੱਚ ਨੇ ਜਿਹੜਾ ਉਹਨਾਂ ਦਾ ਸ਼ੋਹਰ ਹੈ ਜਾਂ ਉਹਨਾਂ ਦਾ ਬਾਪ ਹੈ ਜਾਂ ਕੋਈ ਵੱਡਾ ਭਰਾ ਹੈ ਵੱਡਾ ਭਰਾ ਵੀ ਉਸ ਸੂਰਤ ਦੇ ਵਿੱਚ ਹੋਏਗਾ ਕਿ ਅਗਰ ਉਸ ਦਾ ਬਾਪ ਨਹੀਂ ਹੋਏਗਾ ਅਗਰ ਬਾਪ ਹੈ ਤਾਂ ਵੱਡੇ ਭਰਾ ਦੀ ਕੀ ਜ਼ਰੂਰਤ ਹੈ ਉਹਦੇ ਤੋਂ ਹੁਕਮ ਚਲਾ ਜਾਵੇ ਉਹ ਵੱਡੇ ਬੈਠੇ ਨੇ ਠੀਕ ਹੈ ਬਾਹਰ ਦੇ ਲੋਕਾਂ ਦੀ ਔਰਤ ਪਾਬੰਦ ਨਹੀਂ ਹੈ ਕਿ ਉਹਨਾਂ ਦੀ ਮਹਿਕੂਮ ਹੋਵੇ ਔਰਤ ਇੱਕ ਮਾਂ ਵੀ ਹੈ ਠੀਕ ਹੈ ਮਾਂ ਹੈ ਤੇ ਜਿੰਨੇ ਵੀ ਮਰਦ ਨੇ ਉਸ ਘਰ ਦੇ ਵਿੱਚ ਉਹਨਾਂ ਦੀ ਉਹ ਕਹਿ ਲਾ ਉਹਨਾਂ ਦੇ ਹੁਕਮ ਚਲਾਉਣ ਵਾਲੀ ਹੈ ਤੇ ਵੈਸੇ ਤੁਸੀਂ ਬਿਹਤਰ ਜਾਣਦੇ ਹੋ ਅੱਜ ਕੱਲ ਤੇ ਸ਼ੋਹਰ ਤੇ ਵੀ ਹੁਕਮ ਚੱਲਦਾ ਬਾਕੀ ਕੀ ਕਰਨੇ ਨੇ ਚਲੋ ਖੈਰ ਬੱਚਿਆਂ ਤੇ ਤਾਂ ਹੁਕਮ ਚੱਲਦਾ ਕਿ ਨਹੀਂ ਮਾਂ ਦਾ ਉਹ ਵੀ ਤੇ ਇੱਕ ਔਰਤ ਹੈ ਨਾ ਠੀਕ ਹੈ ਤੁਸੀਂ ਅਕਸਰ ਨਾ ਮੈਂ ਦੇਖਿਆ ਕਾਲਜ ਯੂਨੀਵਰਸਿਟੀ ਜਾਂ ਫਿਰ ਉਹ ਮਰਦ ਔਰਤ ਦੀ ਬਹਿਸ ਛਿੜੀ ਹੁੰਦੀ ਜੀ ਬੰਦੇ ਹਾਕਮ ਨੇ ਉਹ ਤੁਹਾਨੂੰ ਪਤਾ ਤੇ ਹੋਣਾ ਚਾਹੀਦਾ ਪਹਿਲੇ ਬੰਦਾ ਕਹਿੰਦੇ ਕਿਹਨੂੰ ਹੈ ਮਰਦ ਕਹਿੰਦੇ ਕਿਹਨੂੰ ਹੈ ਔਰਤ ਕਹਿੰਦੇ ਕਿਹਨੂੰ ਹੈ ਇਹ ਔਰਤ ਕੀ ਹੁੰਦੀ ਤੇ ਜਿਹੜੀ ਅਸਲ ਔਰਤ ਹੈ ਉਹ ਕਦੀ ਮਰਦ ਨੂੰ ਇਹ ਨਹੀਂ ਕਹੇਗੀ ਕਿ ਤੂੰ ਮੇਰੇ ਤੋਂ ਥੱਲੇ ਹੈ ਤੇ ਜਿਹੜਾ ਅਸਲ ਮਰਦ ਹੈ ਉਹ ਔਰਤ ਨੂੰ ਕਦੀ ਨਹੀਂ ਕਹੇਗਾ ਕਿਉਂਕਿ ਅਲੀ ਬਾਦਸ਼ਾਹ ਫਰਮਾਉਂਦੇ ਨੇ ਕਿ ਜਿਹੜੀ ਅਕਲਮੰਦ ਖਾਤੂਨ ਹੁੰਦੀ ਨਾ ਅਕਲਮੰਦ ਖਾਤੂਨ ਹੁੰਦੀ ਹੈ ਆਪਣੇ ਸ਼ੋਹਰ ਨੂੰ ਬਾਦਸ਼ਾਹ ਬਣਾ ਕੇ ਰੱਖਦੀ ਹੈ ਤੇ ਖੁਦ ਬਾਦਸ਼ਾਹ ਦੀ ਬੀਵੀ ਮਲਕਾ ਬਣਦੀ ਹੈ ਤੇ ਜਿਹੜਾ ਬੇਵਕੂਫ ਮਰਦ ਹੁੰਦਾ ਹੈ ਉਹ ਆਪਣੀ ਬੀਵੀ ਨੂੰ ਨੌਕਰਾਨੀ ਬਣਾ ਕੇ ਰੱਖਦਾ ਹੈ ਤੇ ਖੁਦ ਨੌਕਰਾਨੀ ਦਾ ਮੀਆਂ ਯਾਨੀ ਕਿ ਨੌਕਰ ਬਣਦਾ ਹੈ ਯਾਨੀ ਕਿ ਨੌਕਰਾਨੀ ਦਾ ਖਾਵੰਦ ਵੀ ਤਾਂ ਨੌਕਰ ਹੋਇਆ ਤੇ ਗੱਲ ਕਰਨ ਦਾ ਮਕਸਦ ਹੈ ਕਿ ਜਿਹੜਾ ਅੱਛਾ ਸ਼ੋਹਰ ਹੋਏਗਾ ਆਪਣੀ ਬੀਵੀ ਨੂੰ ਮਲਕਾ ਬਣਾ ਕੇ ਰੱਖੇਗਾ ਤੇ ਖੁਦ ਬਾਦਸ਼ਾਹ ਬਣੇਗਾ ਕਿਉਂਕਿ ਮਲਕਾ ਬਾਦਸ਼ਾਹ ਨੂੰ ਹੀ ਮਿਲਦੀ ਹੈ ਤੇ ਬਾਦਸ਼ਾਹ ਵਾਲੀਆਂ ਆਦਤਾਂ ਵਾਲੇ ਨੂੰ ਨਹੀਂ ਮਿਲਦੀ ਠੀਕ ਹੈ ਲਿਹਾਜ਼ਾ ਇਸ ਬਹਿਸ ਹੀ ਫਜ਼ੂਲ ਹੈ ਕਿ ਮਰਦ ਅਫਜ਼ਲ ਹੈ ਜਾਂ ਔਰਤ ਅਫਜ਼ਲ ਹੈ ਠੀਕ ਹੈ ਤੁਸੀਂ ਸਿਰਫ ਉਹਨਾਂ ਦੇ ਉੱਤੇ ਹੀ ਹਾਕਮੀਅਤ ਕਰ ਸਕਦੇ ਹੋ ਜਿਹੜੀ ਤੁਹਾਡੀ ਬੀਵੀ ਹੈ ਠੀਕ ਹੈ ਤੇ ਔਰਤ ਵੀ ਉਹਦੇ ਹੁਕਮ ਮੰਨ ਸਕਦੀ ਕਿ ਜਿਹੜਾ ਉਹਨਾਂ ਦਾ ਸ਼ੋਹਰ ਹੈ ਜਾਂ ਵੱਡਾ ਹੈ ਉਸਦਾ ਠੀਕ ਹੈ ਬਾਕੀ ਕੋਈ ਮਨ ਹੀ ਨਹੀਂ ਰੱਖਦਾ ਵੈਸੇ ਤੇ ਇਨਸਾਨ ਇੱਕ ਜੈਸੇ ਹੀ ਹੁੰਦੇ ਨੇ ਹਾਕਮੀਅਤ ਦਾ ਤਾਲੁਕ ਤੇ ਰਿਸ਼ਤਿਆਂ ਦੇ ਨਾਲ ਹੁੰਦਾ ਹੈ ਤੇ ਉਹਨਾਂ ਨਾਲ ਜੁੜੀ ਜ਼ਿੰਮੇਵਾਰੀਆਂ ਨਾਲ ਹੁੰਦਾ ਹੈ ਜੀ ਹਾਕਮੀਅਤ ਦਾ ਤਾਲੁਕ ਰਿਸ਼ਤੇ ਨਾਲ ਹੁੰਦਾ ਰਿਸ਼ਤੇ ਨਾਲ ਅਗਰ ਉਹੀ ਔਰਤ ਮਾਂ ਹੈ ਤੇ ਫਿਰ ਉਹ ਤੁਹਾਡੀ ਉੱਤੇ ਹਾਕਮ ਹੈ ਅਗਰ ਉਹੀ ਔਰਤ ਹੈ ਤੁਹਾਡੀ ਬੇਟੀ ਹੈ ਛੋਟੀ ਭੈਣ ਹੈ ਤੇ ਫਿਰ ਤੁਸੀਂ ਤੁਹਾਡੇ ਅੰਦਰ ਜ਼ਿੰਮੇਵਾਰੀਆਂ ਨੇ ਤੁਸੀਂ ਜ਼ਿੰਮੇਵਾਰੀਆਂ ਨਿਭਾਓ ਤੇ ਉਥੋਂ ਵੱਡੇ ਬਣੋ ਅਗਰ ਤੁਸੀਂ ਜ਼ਿੰਮੇਵਾਰੀ ਨਾ ਨਿਭਾਓਗੇ ਤਾਂ ਵੱਡੇ ਵੀ ਕਹਿੰਦੇ ਰਹਿ ਜਾਓਗੇ ਤੁਸੀਂ ਠੀਕ ਹੈ ਲਿਹਾਜ਼ਾ ਇਹ ਤੇ ਆਮ ਗੱਲ ਇਹਦੇ ਉੱਤੇ ਮੇਰੇ ਮੌਜੂ ਵੀ ਨਹੀਂ ਸੀ ਡਿਸਕਸ ਕਰਨ ਦਾ ਤੇ ਬੜੇ ਛੋਟਾ ਜਿਹਾ ਟੌਪਿਕ ਹੈ ਲੇਕਿਨ ਅਸਲ ਗੱਲ ਤੇ ਕੁਝ ਹੋਰ ਹੈ ਅੱਗੇ ਜਿਹੜੀ ਕੋਈ ਖਾਸ ਗੱਲ ਹੈ ਥੋੜੀ ਜੀ ਵੇਖੋ ਜੀ ਮਰਦ ਹੋਵੇ ਤੇ ਭਾਵੇਂ ਹੋਵੇ ਔਰਤ ਉਹਨਾਂ 'ਚ ਮੌਜੂਦ ਰੂਹ ਹੁੰਦੀ ਹੈ ਅਸਲ ਚੀਜ਼ ਤਕਰੀਬਨ ਰੂਹ ਹੀ ਹੁੰਦੀ ਹੈ ਤੇ ਰੂਹ ਨਾ ਤੇ ਕੋਈ ਔਰਤ ਹੈ ਤੇ ਨਾ ਮਰਦ ਹੈ ਰੂਹ ਤੇ ਇੱਕ ਰੂਹ ਹੈ ਉਹੀ ਰੂਹ ਅਗਰ ਬੰਦੇ 'ਚ ਆ ਜਾਏ ਤੇ ਉਹ ਬੰਦਾ ਹੈ ਉਹੀ ਔਰਤ 'ਚ ਜਿਸਮ 'ਚ ਆ ਜਾਏ ਤੇ ਉਹਨੂੰ ਔਰਤ ਕਹੀ ਜਾਂਦੀ ਹੈ ਲਿਹਾਜ਼ਾ ਇਹ ਜਿਸਮ ਜਿਹੜੇ ਨੇ ਜਿਸਮ ਇਹ ਤੇ ਇੱਕ ਮਕਾਨ ਨੇ ਤੇ ਇਹਨਾਂ ਵਿੱਚ ਰਹਿਣ ਵਾਲੀ ਜਿਹੜੀ ਰੂਹ ਨਾ ਔਰਤ ਹੈ ਨਾ ਬੰਦਾ ਵੈਸੇ ਮਾਲਕ ਕੀ ਫਰਮਾਉਂਦੇ ਨੇ ਮੌਲਾ ਅਲੀ ਬਾਦਸ਼ਾਹ ਕੀ ਫਰਮਾਉਂਦੇ ਨੇ ਕਿ ਮਰਦ ਔਰਤ ਕੀ ਹੁੰਦਾ ਹੈ ਫਰਮਾਉਂਦੇ ਨੇ ਮੌਲਾ ਅਲੀ ਬਾਦਸ਼ਾਹ ਫਰਮਾਉਂਦੇ ਨੇ ਮੇਰੀ ਮੁਹੱਬਤ ਰੱਖਣ ਵਾਲੀ ਮਰਦ ਭਾਵੇਂ ਉਹ ਗੁੱਤ ਵਾਲੀ ਕਿਉਂ ਨਹੀਂ ਉਹ ਮਰਦ ਤੇ ਮੇਰੇ ਨਾਲ ਬੁਗਜ਼ ਰੱਖਣ ਵਾਲਾ ਭਾਵੇਂ ਦਾੜੀ ਵਾਲਾ ਹੈ ਉਹ ਔਰਤ ਹੈ ਉਹ ਦਾੜੀ ਵਾਲੀ ਔਰਤ ਹੈ ਦਾੜੀ ਰੱਖਣ ਵਾਲਾ ਵੀ ਔਰਤ ਹੈ ਪਤਾ ਲੱਗਾ ਫੈਸਲਾ ਫਰਮਾ ਦਿੱਤਾ ਬਾਦਸ਼ਾਹ ਅਲੀ ਬਾਦਸ਼ਾਹ ਨੇ ਕਿ ਮਰਦ ਦਾ ਤਾਲੁਕ ਅਲੀ ਬਾਦਸ਼ਾਹ ਦੀ ਮੁਹੱਬਤ ਨਾਲ ਹੈ ਠੀਕ ਹੈ ਤੇ ਔਰਤ ਦਾ ਤਾਲੁਕ ਇਹਨਾਂ ਦੇ ਨਾਲ ਬੁਗਜ਼ ਰੱਖਣ ਵਾਲੇ ਦੇ ਨਾਲ ਹੈ ਗੱਲ ਸਮਝ ਆ ਗਈ ਹੁਣ ਚਲੋ ਲੈ ਲਓ ਇਸ ਆਇਤ ਨੂੰ ਕਿ ਅੱਲਾ ਨੇ
ਅਲੀ ਵਾਲਿਆਂ ਨੂੰ ਹਾਕਮ ਬਣਾਇਆ ਹੈ ਦੂਜਿਆਂ ਦੇ ਉੱਤੇ ਜੀ, ਉਹਨਾਂ ਨੂੰ ਫਜ਼ੀਲਤ ਦਿੱਤੀ ਹੈ, ਉਹ ਦੂਸਰਿਆਂ ਤੇ ਫਜ਼ੀਲਤ ਦਿੱਤੀ ਹੈ ਕਿ ਜਿਹੜੇ ਮੁਨਕਰਾਂ ਦੇ ਉੱਤੇ ਫਜ਼ੀਲਤ ਅਲੀ ਬਾਦਸ਼ਾਹ ਨੂੰ ਮੰਨਣ ਵਾਲਿਆਂ ਦਿੱਤੀ ਹੈ, ਅਲੀ ਬਾਦਸ਼ਾਹ ਨਾਲ ਮੁਹੱਬਤ ਕਰਨ ਵਾਲਿਆਂ ਦੀ ਦਿੱਤੀ ਹੈ। ਹੁਣ ਲੈ ਲਓ ਇਸ ਆਇਤ ਨੂੰ, ਹੁਣ ਵੇਖ ਲਓ ਕਿ ਮਰਦ ਕਿਹੜਾ ਹੁੰਦਾ ਹੈ ਤੇ ਔਰਤ ਕਿਹੜੀ ਹੁੰਦੀ ਹੈ ਜੀ। ਉਹ ਕਿਸੇ ਨੇ ਪੁੱਛਿਆ ਸੀ ਨਾ, ਉਹਨੇ ਕਿਹਾ ਦੁਨੀਆ 'ਚ ਔਰਤਾਂ ਜ਼ਿਆਦਾ ਨੇ ਜਾਂ ਬੰਦੇ, ਉਹਨੇ ਕਿਹਾ ਖੁਦ ਹੀ ਫੈਸਲਾ ਕਰ ਲਾ, ਔਰਤਾਂ ਜ਼ਿਆਦਾ ਨੇ। ਉਹਨੇ ਕਿਹਾ ਉਹ ਕਿਵੇਂ? ਉਹਨੇ ਕਿਹਾ ਜਿਹੜੀ ਆਪਣੀ ਜ਼ਬਾਨ ਤੋਂ ਮੁੱਕਰ ਜਾਵੇ ਨਾ ਉਹ ਔਰਤ ਹੁੰਦੀ ਹੈ, ਜਿਹੜਾ ਆਪਣਾ ਅਹਿਦ ਤੋੜਦੇ, ਆਪਣਾ ਵਾਅਦਾ ਤੋੜਦੇ, ਉਹ ਔਰਤਾਂ ਵਿੱਚ ਸ਼ੁਮਾਰ ਹੁੰਦੀ। ਉਹਨੇ ਕਿਹਾ ਜ਼ਿਆਦਾ ਦੁਨੀਆ ਦੀ ਤਾਦਾਦ ਔਰਤਾਂ ਦੀ ਜ਼ਿਆਦਾ ਹੈ। ਗੱਲ ਸਮਝ ਆ ਗਈ? ਹੁਣ ਵੇਖ ਲਓ ਅਲੀ ਬਾਦਸ਼ਾਹ ਦੇ ਦੁਸ਼ਮਣਾਂ ਦੀ ਤਾਦਾਦ ਜ਼ਿਆਦਾ ਹੈ ਜਾਂ ਉਹਨਾਂ ਦੇ ਮੁਹਿਬਾਂ ਦੀ? ਦੁਸ਼ਮਣਾਂ ਦੀ ਹੀ ਜ਼ਿਆਦਾ ਹੈ। ਗੱਲ ਸਮਝ ਆ ਗਈ? ਤੇ ਉਹ ਔਰਤਾਂ ਭੈਣਾਂ ਦਿਲ ਛੋਟਾ ਨਾ ਕਰਨ। ਗੱਲ ਉਹੀ ਅਲੀ ਬਾਦਸ਼ਾਹ ਦੀ ਬਹੁਤ ਖੂਬਸੂਰਤ ਹੈ ਕਿ ਜਿਹੜੀ ਅਕਲਮੰਦ ਖਾਤੂਨ ਹੈ ਉਹ ਆਪਣੇ ਮਰਦ ਨੂੰ ਬਾਦਸ਼ਾਹ ਬਣਾਉਂਦੀ ਹੈ ਤੇ ਖੁਦ ਮਲਕਾ ਬਣਦੀ ਹੈ। ਤੇ ਜਿਹੜਾ ਅਕਲਮੰਦ ਇਨਸਾਨ ਹੁੰਦਾ ਹੈ ਆਪਣੀ ਬੀਵੀ ਨੂੰ ਮਲਕਾ ਬਣਾਉਂਦਾ ਹੈ ਤੇ ਖੁਦ ਬਾਦਸ਼ਾਹ ਬਣਦਾ ਹੈ। ਤੇ ਬੇਵਕੂਫ ਔਰਤ ਆਪਣੇ ਮੀਆਂ ਨੂੰ ਨੌਕਰ ਬਣਾਉਂਦੀ ਹੈ। ਬੇਵਕੂਫ ਔਰਤ ਆਪਣੇ ਮਰਦ ਨੂੰ ਨੌਕਰ ਬਣਾਉਂਦੀ ਤੇ ਖੁਦ ਨੌਕਰਾਨੀ ਬਣਦੀ ਹੈ। ਇਸੇ ਤਰ੍ਹਾਂ ਬੇਵਕੂਫ ਜਿਹੜਾ ਮਰਦ ਹੈ ਆਪਣੀ ਬੀਵੀ ਨੂੰ ਨੌਕਰਾਨੀ ਬਣਾਉਂਦਾ ਤੇ ਖੁਦ ਨੌਕਰ ਬਣ ਜਾਂਦਾ ਹੈ। ਗੱਲ ਸਿੱਧੀ ਤੇ ਸਾਫ਼ ਹੈ ਕਿ ਰਿਸ਼ਤਿਆਂ ਦੀ ਕਦਰ ਕਰੋ। ਜਿਨ੍ਹਾਂ ਨੂੰ ਅੱਲਾ ਮਾਲਕ ਨੇ ਤੁਹਾਡੇ ਉੱਤੇ ਤੁਹਾਡੇ ਸਪੁਰਦ ਕਰ ਦਿੱਤਾ ਨਾ ਕਿ ਤੁਸੀਂ ਇਹਨਾਂ ਦੀ ਗੁਲਾਮੀ ਕਰਨੀ ਹੈ, ਤੁਸੀਂ ਇਹਨਾਂ ਦੇ ਅੱਛਾ ਗੁਲਾਮੀ ਦਾ ਵੀ ਤਲਕ ਕੀ ਹੁੰਦਾ ਹੈ? ਗੁਲਾਮ ਦਾ ਤਲਕ ਹੁੰਦਾ ਹੈ ਕਿ ਮਾਲਕ ਦਾ ਤਲਕ ਹੁੰਦਾ ਹੈ ਕਿ ਗੁਲਾਮ ਨੂੰ ਗੁਲਾਮ ਨਾ ਸਮਝੇ, ਉਹਨੂੰ ਬਰਾਬਰੀ ਦੇ ਹਕੂਕ ਦੇਵੇ, ਉਹਨੂੰ ਬਹੁਤ ਪ੍ਰੋਟੋਕੋਲ ਦੇਵੇ, ਉਹਨੂੰ ਪੁੱਤਰ ਬਣਾ ਕੇ ਰੱਖੇ। ਇਹ ਮਾਲਕ ਦੇ ਉੱਤੇ ਆਰਡਰ ਜਾਰੀ ਨੇ ਕਿ ਉਹਦੀਆਂ ਦਿਨ 'ਚ 70 ਵੀ ਗਲਤੀਆਂ ਹੋਣ ਤੇ ਉਹਨੂੰ ਮਾਫ ਕਰੋ। ਜਿਹੋ ਜਿਹਾ ਆਪ ਖਾ ਉਹੋ ਜਿਹਾ ਖਵਾ, ਜਿਹੋ ਜਿਹਾ ਆਪ ਕੱਪੜੇ ਪਾ ਉਹੋ ਜਿਹੇ ਉਹਨੂੰ ਪਵਾ। ਇਹ ਮਾਲਕ ਨੂੰ ਹੁਕਮ ਹੈ। ਤੇ ਅਗਰ ਕੋਈ ਮਾਲਕ ਆਪਣੇ ਉਸ ਨੌਕਰ ਨਾਲ ਇਹੋ ਜਿਹਾ ਸਲੂਕ ਕਰੇ ਨਾ ਕਿ ਉਹਨੂੰ ਬੜਾ ਪ੍ਰੋਟੋਕੋਲ ਦੇਵੇ, ਤੇ ਨੌਕਰ ਵਾਸਤੇ ਇਹ ਹੁਕਮ ਹੈ ਕਿ ਆਪਣੀ ਔਕਾਤ ਨਹੀਂ ਭੁੱਲਣੀ। ਅਗਰ ਉਹ ਤੈਨੂੰ ਸਕਾ ਪੁੱਤਰ ਵੀ ਬਣਾਵੇ, ਤੈਨੂੰ ਸਾਰਾ ਕੁਝ ਵੀ ਦੇਵੇ, ਤੈਨੂੰ ਬੜਾ ਪ੍ਰੋਟੋਕੋਲ ਦੇਵੇ, ਤੇ ਇਹ ਨਹੀਂ ਭੁੱਲਣਾ ਕਿ ਮੈਂ ਨੌਕਰ ਦਾ ਨੌਕਰ ਹੀ ਹਾਂ। ਠੀਕ ਹੈ, ਤੂੰ ਆਪਣੀ ਜ਼ਿੰਮੇਵਾਰੀਆਂ ਪੂਰੀਆਂ ਕਰ। ਠੀਕ ਹੈ, ਤੂੰ ਇਹ ਨਾ ਭੁੱਲ ਕਿ ਇਹ ਮੇਰਾ ਮਾਲਕ ਹੈ। ਠੀਕ ਹੈ, ਇਸੇ ਤਰ੍ਹਾਂ ਔਰਤਾਂ ਨੂੰ ਚਾਹੀਦਾ ਹੈ ਕਿ ਆਪਣੇ ਮਰਦ ਨੂੰ ਵੇਖੋ ਜੀ ਗੱਲ ਕਲੀਅਰ ਹੈ ਕਿ ਬਾਦਸ਼ਾਹ ਬਣਾ ਕੇ ਰੱਖਣ, ਤੇ ਅਕਲਮੰਦ ਇਨਸਾਨ ਨੂੰ ਵੀ ਚਾਹੀਦਾ ਕਿ ਆਪਣੀ ਬੀਵੀ ਨੂੰ ਮਲਕਾ ਬਣਾ ਕੇ ਰੱਖਣ, ਯਾਨੀ ਕਿ ਰਿਸ਼ਤਿਆਂ ਦੀ ਕਦਰ ਕਰਨ। ਇਹ ਖਾਲੀ ਜਿਨਸ ਦੇ ਨਾਲ ਕੋਈ ਅਫਜ਼ਲ ਨਹੀਂ ਹੋ ਜਾਂਦਾ। ਇੱਥੇ ਗੱਲ ਮੁੱਕਦੀ ਇਹ ਮੁੱਕਣੀ ਹੈ, ਗੱਲ ਮੁੱਕਦੀ ਇਹ ਮੁੱਕਣੀ ਹੈ ਕਿ ਆਲੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਬਲਕਿ ਮੁਹੱਬਤ ਕੌਣ ਕਰਦਾ, ਬਲਕਿ ਬਿਲਖਸੂਸ ਵਕਤ ਦੇ ਅਲੀ ਨਾਲ ਮੁਹੱਬਤ ਕੌਣ ਕਰਦਾ ਹੈ ਜੀ? ਅੱਜ ਦਾ ਅਲੀ ਤੁਹਾਡਾ ਕਿਉਂ ਨੇ? ਵਕਤ ਦੇ ਅਲੀ ਨਾਲ ਮੁਹੱਬਤ ਰੱਖਣ ਵਾਲਾ ਭਾਵੇਂ ਔਰਤ ਹੈ ਉਹ ਮਰਦ ਗਿਣਿਆ ਜਾਏਗਾ ਅਸਲ ਦੇ ਵਿੱਚ, ਤੇ ਜਿਹੜਾ ਵਕਤ ਦੇ ਅਲੀ ਨਾਲ ਬੁਗਜ਼ ਰੱਖਦਾ ਹੈ ਉਹ ਭਾਵੇਂ ਉਹਦੀ 72 ਇੰਚ ਛਾਤੀ ਕਿਉਂ ਨਹੀਂ। ਠੀਕ ਹੈ, ਉਹ ਹੀਜਰਾ ਖੁਸਰਾ ਬਲਕਿ ਉਹ ਵੀ ਨਹੀਂ, ਉਹ ਔਰਤ ਗਿਣਿਆ ਜਾਏਗਾ। ਠੀਕ ਹੈ, ਬਾਕੀ ਹੁബ്ബੇ ਅਲੀ ਰਹਿਮਤੁल्लाह, बुग़्ज़े अली लानतुल्लाह बेशुमार।